ਇਸ ਮਿੱਟੀ ਨੂੰ ਇੱਥੋਂ ਦੇ ਲੋਕਾਂ ਪ੍ਰਤੀ ਆ ਫਿਰ ਸਾਡੇ ਲਈ ਕੋਈ ਰਿਪਬਲਿਕ ਆਫ ਇੰਡੀਆ ਆਉਂਦਾ। ਪਰ ਗਾਂ ਜਿਹੜੀ ਸਰਕਾਰ ਬੈਠੀ ਆ ਮੇਰੀ ਤਾਂ ਉਹਨਾਂ ਨਾਲ ਐਨ ਜਮਾਂ ਲੱਗਦੀ ਹੈ ਜੀ। ਹਾਂਜੀ, ਉਹ ਹੁਣ ਵੀ ਗੁਰਦਾਸਪੁਰ ਹੀ ਆ। ਆਲ ਓਵਰ ਇੰਡੀਆ ਉਹ ਘੱਟ ਗਿਣਤੀਆਂ ਦੇ ਅਗੇਂਸਟ ਕੰਮ ਕਰ ਰਹੇ ਆ, ਉਹ ਬਹੁਤ ਖਤਰਨਾਕ ਆ। ਤਾਂ ਇੰਡੀਅਨ ਸਟੇਟ ਖਾਲਾ ਜੀ ਦਾ ਵਾੜਾ ਨਹੀਂ ਆ। ਸੰਪੂਰਨ ਤੌਰ ਤੇ ਖੰਡਨ ਕਰਦਾ ਉਹਨਾਂ ਦੀ ਹਰ ਨੀਤੀ ਦਾ, ਜਾਂ ਜਿਵੇਂ ਨਵਾਂ ਆਰਡੀਨੈਂਸ ਲੈ ਕੇ ਆ ਰਹੇ ਆ ਇਹ ਕਿਸਾਨੀ ਤੇ। ਸੋਸ਼ਲ ਮੀਡੀਆ ਤੇ ਆਪਣੇ ਬੇਵਾਕ ਅੰਦਾਜ਼ ਤੋਂ ਜਾਣੇ ਜਾਂਦੇ ਪੰਜਾਬੀ ਅਦਾਕਾਰ ਦੀਪ ਸਿੱਧੂ ਇੱਕ ਵਾਰ ਫਿਰ ਭਾਜਪਾ ਸਰਕਾਰ ਦੇ ਖਿਲਾਫ ਆਪਣੀ ਭੜਾਸ ਕੱਢ ਰਹੇ ਨੇ। ਤੁਹਾਨੂੰ ਦੱਸ ਦਈਏ ਕਿ ਮੈਂਬਰ ਪਾਰਲੀਮੈਂਟ ਦੀਆਂ ਚੋਣਾਂ ਵੇਲੇ ਦੀਪ ਸਿੱਧੂ ਗੁਰਦਾਸਪੁਰ ਤੋਂ ਜਿੱਤੇ ਸੰਸਦ ਸਨੀ ਦਿਓਲ ਦੇ ਨਾਲ ਕੰਪੇਨਿੰਗ 'ਚ ਦਿਖਾਈ ਦਿੱਤੇ ਸੀ। ਦੀਪ ਸਿੱਧੂ ਵੱਲੋਂ ਸਨੀ ਦਿਓਲ ਦੇ ਹੱਕ 'ਚ ਕੰਪੇਨਿੰਗ ਕੀਤੀ ਗਈ ਸੀ ਤੇ ਹੁਣ ਦੀਪ ਸਿੱਧੂ ਵੱਲੋਂ ਭਾਜਪਾ ਸਰਕਾਰ ਦੇ ਖਿਲਾਫ ਰੱਜ ਕੇ ਭੜਾਸ ਕੱਢੀ ਜਾ ਰਹੀ ਹੈ। ਦੀਪ ਸਿੱਧੂ ਦਾ ਕਹਿਣਾ ਹੈ ਕਿ ਸਨੀ ਦਿਓਲ ਲੋਕਾਂ ਦੇ ਹੱਕ ਲਈ ਕੰਮ ਕਰਨਾ ਚਾਹੁੰਦਾ ਹੈ ਤੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਵਾਅਦੇ ਬਿਲਕੁਲ ਪੂਰੇ ਕਰਨੇ ਚਾਹੀਦੇ ਆ, ਕਿਉਂਕਿ ਇੱਕ ਨੁਮਾਇੰਦਾ ਜਿਹਨੂੰ ਐਡੀ ਵੱਡਾ ਮੈਂਡੇਟ ਲੋਕਾਂ ਨੇ ਦੇਤਾ, ਉਹਨਾਂ ਨੇ ਆਪਦਾ ਭਰੋਸਾ ਉਹਨਾਂ 'ਚ ਜਤਾਇਆ, ਤੇ ਮੈਨੂੰ ਐਂ ਲੱਗਦਾ ਸਨੀ ਬਾਈ ਵਾਅਦੇ ਪੂਰੇ ਵੀ ਕਰਨਗੇ। ਪਰ ਗਾਂ ਜਿਹੜੀ ਸਰਕਾਰ ਬੈਠੀ ਆ ਮੇਰੀ ਤਾਂ ਉਹਨਾਂ ਨਾਲ ਐਨ ਜਮਾਂ ਲੱਗਦੀ ਹੈ ਜੀ ਸਰਕਾਰ ਨਾਲ, ਤੇ ਮੈਨੂੰ ਉਹਨਾਂ ਦੀਆਂ ਨੀਤੀਆਂ ਵੀ ਸਹੀ ਨਹੀਂ ਲੱਗਦੀਆਂ। ਤੇ ਮੈਂ ਸੰਪੂਰਨ ਤੌਰ ਤੇ ਖੰਡਨ ਕਰਦਾ ਉਹਨਾਂ ਦੀ ਹਰ ਨੀਤੀ ਦਾ, ਜਾਂ ਜਿਵੇਂ ਨਵਾਂ ਆਰਡੀਨੈਂਸ ਲੈ ਕੇ ਆ ਰਹੇ ਆ ਇਹ ਕਿਸਾਨੀ ਤੇ। ਤੁਸੀਂ ਦੇਖੋ, ਜਦੋਂ ਅਸੀਂ ਲੋਕ ਭਲਾਈ ਦੀ ਤੇ ਅਸੀਂ ਗੱਲ ਕਰਦੇ ਆ ਮੁਨਾਫੇ ਦੀ, ਇਹ ਦੋ ਵੱਖਰੀਆਂ ਗੱਲਾਂ, ਇਹ ਇਕੱਠੀਆਂ ਨਹੀਂ ਹੋ ਸਕਦੀਆਂ। ਹੁਣ ਜਿਹੜਾ ਪੂੰਜੀਵਾਦ ਜਾਂ ਕੈਪੀਟਲਿਸਟਿਕ ਸੁਸਾਇਟੀ ਆ, ਉਹ ਤਾਂ ਸਿਰਫ ਮੁਨਾਫੇ ਦੀ ਗੱਲ ਕਰੂਗੀ। ਜੇ ਅਸੀਂ ਕਾਰਪੋਰੇਟਸ ਆਉਣ ਦੇ ਤੇ ਹੁਣ ਕਿਸਾਨੀ 'ਚ, ਤਾਂ ਉਹ ਮੁਨਾਫੇ ਦੀ ਗੱਲ ਕਰਨਗੇ, ਉਹ ਲੋਕ ਭਲਾਈ ਜਾਂ ਕਿਸਾਨਾਂ ਦੀ ਭਲਾਈ ਦੀ ਗੱਲ ਕਰ ਹੀ ਨਹੀਂ ਸਕਦੇ। ਅਸੀਂ ਇਹ ਐਗਜ਼ਾਮਪਲ ਤੁਸੀਂ ਦੇਖ ਲਓ, ਐਜੂਕੇਸ਼ਨ ਸੈਕਟਰ 'ਚ ਦੇਖ ਲਓ। ਜਦੋਂ ਤੱਕ ਸਰਕਾਰੀ ਸਕੂਲ ਸੀ, ਬਹੁਤ ਵਧੀਆ ਐਜੂਕੇਸ਼ਨ ਸੀ ਤੇ ਅਸੀਂ ਪਰਿਵਾਰ ਵੀ ਸੁਖੀ ਵਸਦੇ ਸੀ। ਹੁਣ ਜਦੋਂ ਦੀ ਪ੍ਰਾਈਵੇਟਾਈਜੇਸ਼ਨ ਹੋਈ ਆ ਜਾਂ ਐਜੂਕੇਸ਼ਨ ਕਮਰਸ਼ਲਾਈਜ਼ਡ ਹੋਈ ਆ, ਸਾਡੇ ਸਾਹਮਣੇ ਆ ਹਾਲ ਕੀ ਆ। ਜਦੋਂ ਤੱਕ ਸਰਕਾਰੀ ਹਸਪਤਾਲ ਹੁੰਦੇ ਸੀ, ਉਦੋਂ ਦੇਖ ਲਓ, ਮੇਰੇ ਖਿਆਲ 'ਚ ਇਲਾਜ ਹੁੰਦਾ ਵੀ ਸੀ ਤੇ ਵਾਜਬ ਜਿਹੜੇ ਉਹਦੇ ਕੋਈ ਉਹ ਰਿਜ਼ਲਟਸ ਦੇ ਨਾਲ ਜਿਹੜਾ ਕੋਈ ਇਲਾਜ ਵਾਸਤੇ ਸਾਨੂੰ ਪੈਸਾ ਪੂਸਾ ਦੇਣਾ, ਉਹ ਵੀ ਲੋਕ ਆਪਦੇ ਉਹ ਸਹਿ ਸਕਦੇ ਸੀ। ਪਰ ਹੁਣ ਇਲਾਜ ਵੀ ਤੁਹਾਡੇ ਅਫੋਰਡੇਬਲ ਹੀ ਨਹੀਂ ਰਿਹਾ, ਹੱਦੋਂ ਬਾਹਰ ਹੋ ਗਈਆਂ ਗੱਲਾਂ, ਇਨਸਾਫ ਅਫੋਰਡੇਬਲ ਨਹੀਂ ਰਿਹਾ। ਤਾਂ ਹੁਣ ਅਸੀਂ ਜੇ ਕਿਸਾਨੀ 'ਚ ਵੀ ਵਾੜਤੀ ਕਾਰਪੋਰੇਟ ਸੈਕਟਰ, ਆਈ ਤੁਸੀਂ ਫਿਲਮਾਂ ਦਾ ਦੇਖ ਲਓ, ਜਦੋਂ ਇੰਡੀਵਿਜੂਅਲ ਪ੍ਰੋਡਿਊਸਰ ਹੁੰਦੇ ਸੀ, ਉਦੋਂ ਤੱਕ ਫਿਲਮ ਇੰਡਸਟਰੀ 'ਚ ਆਵਾਜ਼ ਵੀ ਉੱਠਦੀ ਸੀ, ਲੋਕ ਵੀ ਜੁੜਦੇ ਸੀ, ਉਹ ਕਿਸੇ ਨਾ ਕਿਸੇ ਸਮਾਜ ਦੇ ਕਾਰਨਾਂ ਖਾਤਰ ਉਹ ਲੋਕ ਲੜਦੇ ਵੀ ਸੀ। ਜਦੋਂ ਤੋਂ ਕਾਰਪੋਰੇਟ ਸੈਕਟਰ ਆਇਆ, ਸਰਕਾਰਾਂ ਨੇ ਉਹਨਾਂ 'ਤੇ ਆਪਦੀ ਤੁਸੀਂ ਗਲਬਾ ਕਾਇਮ ਕੀਤਾ, ਉਦੋਂ ਬਾਅਦ ਇਹ ਸਭ ਕੁਛ ਮੇਰੇ ਖਿਆਲ 'ਚ ਡਿਸਟਰੋਏ ਹੋ ਗਿਆ। ਇਸ ਕਰਕੇ ਸਾਨੂੰ, ਜੇ ਅਸੀਂ ਨਹੀਂ ਸਮਝਾਂਗੇ, ਨਹੀਂ ਜਾਗਰੂਕ ਹੋਵਾਂਗੇ, ਲੋਕਾਂ ਨੂੰ ਨਹੀਂ ਜਾਗਰੂਕ ਕਰਾਂਗੇ, ਇਹ ਮੀਡੀਆ ਦੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਇਹਦੇ 'ਚ। ਮੈਨੂੰ ਐਂ ਲੱਗਦਾ ਤੁਹਾਨੂੰ ਵੀ ਨਿਰਪੱਖ ਤੌਰ ਤੇ ਇੱਕ ਆਪਦਾ ਜਰਨਲਿਜ਼ਮ ਕਰਨਾ ਚਾਹੀਦਾ ਤੇ ਲੋਕਾਂ ਨੂੰ ਜਗਾਉਣਾ ਚਾਹੀਦਾ। ਸਾਡੀ ਹੋਂਦ 'ਤੇ ਗੱਲ ਆ ਗਈ ਆ, ਬਹੁਤ ਜ਼ਰੂਰੀ ਆ। ਤੇ ਸਾਡੀ ਭੈਣ ਇਹ ਇੱਥੇ ਬਹੁਤ ਕੰਮ ਕਰ ਰਹੇ ਆ, ਲੋਕਾਂ ਪ੍ਰਤੀ ਲੜ ਰਹੇ ਆ, ਤੇ ਸਿਮਰਨ ਤੇ ਆਈ ਹਾਕਮ ਬਾਈ ਵੀ, ਤੇ ਮੇਰੇ ਖਿਆਲ 'ਚ ਉਹ ਬਾਈ ਜੀ ਉੱਧਰ ਖੜੇ ਆ, ਤੇ ਆਪਣੇ ਹਾਂਜੀ ਹਾਂ ਸੁਖਵਿੰਦਰ ਬਾਈ ਉਹ ਵੀ। ਤੇ ਅਸੀਂ ਸਾਰੇ ਹੀ ਚਾਹੁੰਦੇ ਹਾਂ ਵੀ ਅਸੀਂ ਸਾਰੇ ਸੰਗਠਿਤ ਹੋ ਜਾਈਏ, ਬਾਈ ਨੂੰ ਬੁਲਾਓ ਤੇ ਅਸੀਂ ਇੱਕ ਮੰਚ ਤੇ ਆ ਕੇ ਲੋਕਾਂ ਲਈ ਲੜੀਏ, ਇੱਕ ਸਾਂਝੀ ਆਵਾਜ਼ ਪੈਦਾ ਕਰੀਏ। ਜਦੋਂ ਤੱਕ ਸਾਡੇ 'ਚ ਕਲੈਕਟਿਵ ਕੌਨਸ਼ੀਅਸ ਨਹੀਂ ਆਊਗੀ, ਕੁਛ ਨਹੀਂ ਮਿਲਣਾ। ਕਿਉਂਕਿ ਇਕੱਲੇ ਇੱਕ ਇਸ਼ੂ ਨੂੰ ਫੜ ਕੇ ਜੇ ਲੜਾਂਗੇ, ਸਾਡਾ ਫਾਹ ਨਹੀਂ ਪੈਣਾ, ਸਾਨੂੰ ਇਕੱਠੇ ਹੋਣਾ ਹੀ ਪੈਣਾ। ਤੇ ਸਾਡਾ ਹੁਣ ਜਿਹੜਾ ਅਗਲਾ ਟੀਚਾ ਉਹ ਇਹੀ ਆ ਵੀ ਅਸੀਂ ਇਕੱਠੇ ਹੋ ਜਾਈਏ ਤੇ ਤਖਤਾ ਪਲਟ ਕਰੀਏ ਕੋਈ ਨਾ ਕੋਈ ਪੰਜਾਬ 'ਚ। ਲੋਕ ਕਰਨ ਬਿਲਕੁਲ ਕਰਨੇ ਚਾਹੀਦੇ ਸੀ ਜੀ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਉਸ ਵੇਲੇ ਇਹ ਆਪਦੀ ਇੱਕ, ਜਿਵੇਂ ਪੰਜਾਬੀਆਂ 'ਚ ਹੁੰਦਾ, ਯਾਰੀ ਦੋਸਤੀ ਨਿਭਾਈ, ਹੈ ਨਾ। ਮੇਰਾ ਸਨੀ ਬਾਈ ਨਾਲ ਪਿਆਰ ਆ, ਉਹਨਾਂ ਨੇ ਕਿਹਾ ਮੈਨੂੰ ਤੇਰੀ ਜ਼ਰੂਰਤ ਆ, ਮੈਂ ਕਿਹਾ ਚਲੋ ਜੀ। ਮੈਂ ਹਾਲਾਂਕਿ ਇਸ ਪਾਰਟੀ ਨਾਲ ਮੈਂ ਕੋਈ ਸਰੋਕਾਰ ਮੇਰਾ ਨਹੀਂ ਆ, ਜਾਂ ਮੈਂ ਇਹਨਾਂ ਨਾਲ ਸਹਿਮਤੀ ਨਹੀਂ ਰੱਖਦਾ, ਮੇਰਾ ਜਮਾਂ ਹੀ ਖੜਕਦੀ ਆ ਇਸ ਵਿਚਾਰਧਾਰਾ ਨਾਲ, ਪਰ ਮੈਂ ਚਲੋ ਤੁਹਾਡੇ ਲਈ ਆ ਜਾਂਦਾ। ਤਾਂ ਉਹ ਉਸ ਵੇਲੇ ਮੈਂ ਆਪਦੀ, ਜਿਵੇਂ ਸਾਡੇ ਖੂਨ 'ਚ ਹੀ ਆ ਵੀ ਅਸੀਂ ਜਿਹਦੇ ਨਾਲ ਖੜ ਗਏ ਉਹ ਯਾਰੀ ਦੋਸਤੀ ਨਿਭਾਈ।
ਪਰ ਜਦੋਂ ਗੱਲ ਮੇਰੇ ਲੋਕਾਂ ਦੀ, ਮੇਰੀ ਮਿੱਟੀ ਆ ਪੰਜਾਬ ਤੇ ਆਉਂਦੀ ਆ, ਉਦੋਂ ਉੱਤੇ ਉੱਠ ਕੇ ਸਾਨੂੰ ਸੋਚਣਾ ਜਾਂ ਗੱਲਾਂ ਕਹਿਣੀਆਂ ਪੈਂਦੀਆਂ, ਤੇ ਉਹੀ ਮੇਰਾ ਫਰਜ਼ ਨਹੀਂ ਜੀ। ਜਿੰਨਾ ਦੇਖੋ ਮੇਰੇ ਨਾਲ ਵੀ ਬਹੁਤ ਲੋਕ ਜੁੜੇ ਸੀ ਉੱਥੇ, ਮੈਂ ਤਾਂ ਨਿਭਾਊਂਗਾ ਕਿਉਂਕਿ ਸਾਨੂੰ ਸਿਖਾਇਆ ਹੀ ਇਹ ਗਿਆ। ਸਾਨੂੰ ਜਿਹੜੀ ਗੁਰੂ ਸਾਹਿਬਾਨਾਂ ਨੇ ਚਿਣਗ ਲਾਈ ਆ ਸਾਡੇ ਅੰਦਰ, ਉਹ ਲਾਈ ਇਹ ਆ, ਅਸੀਂ ਨਿਭਣ ਦਾ ਸਾਨੂੰ ਬਲ ਗੁਰੂ ਸਾਹਿਬ ਬਖਸ਼ਣ, ਅਸੀਂ ਨਿਭਾਵਾਂਗੇ। ਬਾਕੀ ਜਿੱਥੋਂ ਤੱਕ ਸਣੀ ਬਾਈ ਦੀ ਗੱਲ ਆ, ਉਹਨਾਂ ਦੇ ਅੰਦਰ ਉਹ ਬਹੁਤ ਸੱਚੇ ਇਨਸਾਨ ਆ। ਦੇਖੋ ਅਗਲੀ ਗੱਲ ਇਹ ਵੀ ਆ, ਪਰ ਜਿਵੇਂ ਮੈਂ ਕਹਿੰਦਾ ਉਹਨਾਂ ਦਾ ਮੱਥਾ ਲੱਗ ਗਿਆ ਇਹੋ ਜਿਹੀ ਪਾਰਟੀ ਨਾਲ ਜਿਨ੍ਹਾਂ ਨੇ ਆਪਦੀ ਵਿਚਾਰਧਾਰਾ ਤੋਂ ਜਾਂ ਆਪਦੀ ਜਿਹੜੀ ਰਣਨੀਤੀ ਉਹਨਾਂ ਨੇ ਘੜੀ ਹੋਈ ਆ, ਉਹ ਤੋਂ ਬਾਹਰ ਕਿਸੇ ਨੂੰ ਵੀ ਨਹੀਂ ਜਾਣ ਦੇਣਾ। ਇੱਕ ਐਮਪੀ ਲਈ ਬਹੁਤ ਔਖਾ ਹੁੰਦਾ ਹੈ, ਸਿੰਗਲ ਐਮਪੀ ਲਈ ਗੱਲਾਂ ਕਈ ਵਾਰੀ ਤੁਹਾਨੂੰ ਇਹ ਗੱਲਾਂ ਨਹੀਂ ਪਤਾ ਹੁੰਦੀਆਂ ਪਹਿਲਾਂ ਜਦੋਂ ਤੁਸੀਂ ਵਿੱਚ ਵੜਦੇ ਹੋ। ਨਹੀਂ, ਸੰਪੂਰਨ ਤੌਰ ਤੇ ਮੈਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ, ਪਰ ਜਦੋਂ ਵਿੱਚ ਵੜ ਕੇ ਸਿਸਟਮ ਨੂੰ ਦੇਖਿਆ ਤੇ ਤੁਹਾਨੂੰ ਹੋਰ ਇਸ ਗੱਲ ਤੇ ਚਾਨਣਾ ਪੈਂਦਾ ਵੀ ਗੱਲ ਇਹ ਇਕੱਲਾ ਬੰਦਾ ਇੱਥੇ ਕੁਝ ਨਹੀਂ ਕਰ ਸਕਦਾ। ਤਾਂ ਹੀ ਮੈਂ ਗੱਲ ਜੇ ਅੱਜ ਕਰ ਰਿਹਾ ਸੰਗਠਨ ਦੀ ਗੱਲ ਕਰ ਰਿਹਾ, ਅਸੀਂ ਇਕੱਠੇ ਹੋ ਕੇ ਸੰਗਤ ਦੀ, ਲੋਕਾਂ ਨੇ ਚੇਂਜ ਲੈ ਕੇ ਆਉਣੀ ਆ। ਜੇ ਮੈਂ ਕਹਾਂ ਮੈਂ ਇਕੱਲਾ ਚੇਂਜ ਲੈ ਆਉਂਗਾ ਜਾਂ ਸਾਡੀ ਭੈਣ ਲੈ ਆਊਗੀ ਜਾਂ ਬਾਈ ਜੀ ਲੈ ਆਉਣਗੇ ਜਾਂ ਹਾਕਮ ਬਾਈ ਲੈ ਆਉਣਗੇ, ਨਹੀਂ ਹੋਣਾ। ਸਾਡੇ ਜਾਂ ਹੋਰ ਜਿਹੜੇ ਇੰਟੈਲੈਕਚੁਅਲ ਮਾਈਂਡਸ ਆ, ਸਿੱਖ ਵਿਦਵਾਨ ਆ ਜਾਂ ਸਾਡੇ ਪੰਜਾਬ ਦੇ ਵਿਦਵਾਨ ਆ, ਕੱਲਾ ਕੋਈ ਲੈ ਆਊਗਾ ਨਹੀਂ ਲੈ ਕੇ ਆ ਸਕਦੇ। ਸਾਨੂੰ ਸੰਗਠਿਤ ਹੋਣਾ ਪੈਣਾ, ਸਾਨੂੰ ਇਹਨਾਂ ਪੋਲੀਟੀਕਲ ਪਾਰਟੀਆਂ ਦੇ ਅਗੇਂਸਟ ਲੜਨਾ ਪੈਣਾ, ਕਿਉਂਕਿ ਸਾਨੂੰ ਅਕਾਲੀਆਂ ਤੋਂ, ਕਾਂਗਰਸ ਤੋਂ, ਆਪ ਤੋਂ ਉੱਤੇ ਉੱਠ ਕੇ ਆਪਦੇ ਦੇਸ਼ ਦੀ ਇੱਥੋਂ ਦੇ, ਕਿਉਂਕਿ ਜਦੋਂ ਤੁਸੀਂ ਇਹ ਦੇਖੋ, ਜਦੋਂ ਜੰਗਨਾਮਾ ਲਿਖਿਆ ਜਾਂਦਾ, ਸ਼ਾਹ ਮੁਹੰਮਦ ਜੰਗਨਾਮਾ ਲਿਖਦਾ, ਉਹਦੇ 'ਚ ਲਿਖਦਾ ਜੰਗ ਹਿੰਦ ਤੇ ਪੰਜਾਬ ਦੀ ਹੋਣ ਲੱਗੀ, ਤਾਂ ਦੇਸ਼ ਸਾਡਾ ਪਹਿਲਾਂ ਤਾਂ ਸਾਡਾ ਇਹ ਆ। ਜਾਂ ਤੁਸੀਂ ਪ੍ਰੋਫੈਸਰ ਮੋਹਨ ਸਿੰਘ ਵੀ ਲਿਖਦੇ ਆ ਤਾਂ ਉਹ ਵੀ ਪਹਿਲਾਂ ਪੰਜਾਬ ਨੂੰ ਦੇਸ਼ ਦੀ ਤਰ੍ਹਾਂ ਸੰਬੋਧਨ ਕਰਦੇ ਆ। ਸੋ ਇਸ ਕਰਕੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ, ਸਾਡੀ ਪਹਿਲਾਂ ਵਫਾਦਾਰੀ ਇਸ ਮਿੱਟੀ ਨੂੰ, ਇੱਥੋਂ ਦੇ ਲੋਕਾਂ ਪ੍ਰਤੀ ਆ, ਫਿਰ ਸਾਡੇ ਲਈ ਕੋਈ ਰਿਪਬਲਿਕ ਆਫ ਇੰਡੀਆ ਆਉਂਦਾ, ਤੇ ਪਹਿਲਾਂ ਇਹ ਨਿਭਾਉਣੀ ਬਹੁਤ ਜ਼ਰੂਰੀ ਆ, ਤੇ ਉਹੀ ਫਰਜ਼ ਮੈਂ ਆਪਦਾ ਅਦਾ ਕਰ ਰਿਹਾ। ਬਾਕੀ ਸਾਡੇ ਵਿਚਾਰ ਟਾਈਮ ਤੇ ਉਦੋਂ ਮੇਰੇ ਖਿਆਲ 'ਚ ਉਨੀ ਜਾਣਕਾਰੀ ਮੈਨੂੰ ਨਹੀਂ ਸੀ, ਪਰ ਜਦੋਂ ਮੈਂ ਇਹ ਸਾਰੇ ਸਿਸਟਮ ਨੂੰ ਅੰਦਰੂਨੀ ਤੌਰ ਤੇ ਦੇਖਿਆ ਤੇ ਇੱਕ ਮੇਰੇ ਅੰਦਰੋਂ ਵੀ ਆਤਮਾ ਨੇ ਇਹ ਆਵਾਜ਼ ਮਾਰੀ ਵੀ ਇਸ ਗੱਲਾਂ ਨੂੰ, ਇਹਨਾਂ ਨੂੰ ਤਾਂ ਕੰਪਲੀਟਲੀ ਆਪਾਂ ਨੂੰ ਕੰਟਰਾਡਿਕਟ ਕਰਨਾ ਪਊਗਾ। ਕੌਨਫਲਿਕਟ ਆ ਸਾਡਾ ਸਿੱਧਾ, ਇਹਦੇ ਨਾਲ ਸਾਡੀ ਹੋਂਦ ਦੀ ਲੜਾਈ ਆ। ਜੇ ਨਹੀਂ ਲੜੀ ਤਾਂ ਸਾਨੂੰ ਕਬਰਾਂ 'ਚ ਧੱਕਣ ਦੀ, ਇਹਨਾਂ ਦੀ ਤਾਂ ਪੂਰੀ ਜਿਹੜੀ ਵਿਉਂਤ ਆ ਉਹ ਹੋਈ ਪਈ ਆ, ਤੇ ਸਾਨੂੰ ਧੱਕ ਦੇਣਗੇ। ਹਾਂਜੀ, ਉਹ ਹੁਣ ਵੀ ਗੁਰਦਾਸਪੁਰ ਹੀ ਆ। ਨਹੀਂ ਜੀ, ਦੇਖੋ ਇਹ ਬੜੀ ਇੰਡੀਵਿਜੂਅਲਿਸਟਿਕ ਇੱਕ ਗੱਲ ਆ, ਹੈ ਨਾ। ਆਪਾਂ ਕਿਸੇ ਨੂੰ ਨਾ ਪਾਣੀ ਤੱਕ ਤਾਂ ਲਿਜਾ ਸਕਦੇ ਹਾਂ, ਕਿਸੇ ਨੂੰ ਤੇਹ ਲੱਗੀ ਹੋਵੇ, ਪਿਆਸ ਲੱਗੀ ਹੋਵੇ, ਉਹਨੂੰ ਪਾਣੀ ਤੱਕ ਲਿਜਾ ਸਕਦੇ ਹਾਂ, ਪਰ ਜੇ ਕਹੀਏ ਉਹਨੂੰ ਪਾਣੀ ਪਿਆਉਣਾ ਵੀ ਅਸੀਂ ਆ, ਉਹ ਕਿਵੇਂ ਹੋ ਸਕਦਾ? ਉਹ ਤਾਂ ਹੋ ਨਹੀਂ ਨਾ ਸਕਦਾ। ਪਾਣੀ ਤੱਕ ਤਾਂ ਆਪਾਂ ਲੈ ਜਾਾਂਗੇ ਖਿੱਚ ਕੇ ਕਿਸੇ ਨੂੰ, ਪਰ ਪੀਣਾ ਤਾਂ ਆਪ ਆ ਨਾ ਬੰਦੇ ਨੇ। ਸੋ ਇਸ ਕਰਕੇ ਹੁਣ ਉਹ ਗੱਲ ਸਨੀ ਦਿਓਲ ਬਾਈ ਨੇ ਦੇਖਣੀ ਆ ਵੀ ਮੈਂ ਕਿਵੇਂ ਲੋਕਾਂ 'ਚ ਵਿਚਰਨਾ, ਕਿਵੇਂ ਲੋਕਾਂ ਨੂੰ ਮਿਲਣਾ। ਪਰ ਮੇਰੇ ਖਿਆਲ 'ਚ ਉਹ ਇਨਸਾਨ ਦਿਲ ਦਾ ਬਹੁਤ ਵਧੀਆ, ਇਮਾਨਦਾਰ ਆ, ਬੇਈਮਾਨ ਨਹੀਂ, ਚਾਹੁੰਦਾ ਉਹਦੇ 'ਚ ਦਰਦ ਵੀ ਆ ਲੋਕਾਂ ਦਾ, ਚਾਹੁੰਦਾ ਵੀ ਆ ਮੈਂ ਲੋਕਾਂ ਲਈ ਕੁਛ ਕਰਾਂ ਤੇ ਗੁਰਦਾਸਪੁਰ ਲਈ ਕੁਛ ਕਰਾਂ। ਪਰ ਮੈਨੂੰ ਐਂ ਲੱਗਦਾ ਉਹਨਾਂ ਦੇ ਹੱਥ ਵੱਸ ਕੁਛ ਨਹੀਂ ਆ ਰਿਹਾ, ਜਾਂ ਉਹਨਾਂ ਦਾ ਫੌਂ ਨਹੀਂ ਪੈ ਰਿਹਾ। ਉਹ ਇਸ ਕਰਕੇ ਨਹੀਂ, ਮੇਰੀ ਡਿਟੇਲ 'ਚ ਗੱਲ ਨਹੀਂ ਹੋਈ, ਪਰ ਮੇਰਾ ਇਹ ਆਪਦੀ ਇੱਕ ਜਿਹੜੀ ਤੁਸੀਂ ਕਹਿ ਲਓ ਵੀ ਜੱਜਮੈਂਟ ਆ। ਕਿਉਂਕਿ ਜਦੋਂ ਮੈਂ ਸਾਡਾ ਪੋਲੀਟੀਕਲ ਸਟਰਕਚਰ ਦੇਖ ਰਿਹਾ ਨਾ, ਜਿਹੜਾ ਇਸ ਟਾਈਮ ਦੀ ਸਾਡੇ ਹੁਕਮਰਾਨ ਆ ਜਾਂ ਇਸ ਟਾਈਮ ਦੀ ਬੀਜੇਪੀ ਸਰਕਾਰ ਆ, ਜਿਵੇਂ ਉਹ ਕੰਮ ਕਰ ਰਹੇ ਆ, ਔਰ ਸਪੈਸ਼ਲੀ ਆਲ ਓਵਰ ਇੰਡੀਆ ਉਹ ਘੱਟ ਗਿਣਤੀਆਂ ਦੇ ਅਗੇਂਸਟ ਕੰਮ ਕਰ ਰਹੇ ਆ, ਉਹ ਬਹੁਤ ਖਤਰਨਾਕ ਆ। ਤਾਂ ਇੰਡੀਅਨ ਸਟੇਟ ਖਾਲਾ ਜੀ ਦਾ ਵਾੜਾ ਨਹੀਂ ਆ। ਇਸ ਕਰਕੇ ਸਾਨੂੰ ਇਹ ਲੜਾਈ ਨਹੀਂ ਰਹੀ ਹੁਣ ਵੀ ਅਸੀਂ ਮੰਗ ਪੱਤਰ ਡੀਸੀ ਨੂੰ ਦੇ ਆਏ ਜਾਂ ਗਵਰਨਰ ਨੂੰ ਦੇ ਆਏ ਜਾਂ ਪ੍ਰਧਾਨ ਮੰਤਰੀ ਨੂੰ ਜਾਂ ਰਾਸ਼ਟਰਪਤੀ ਨੂੰ ਦੇਤਾ। ਉਹ ਮੰਗ ਪੱਤਰਾਂ ਦਾ ਕੋਈ ਗੱਲ ਨਹੀਂ ਰਹੀ, ਉਹ ਇਨਫੈਕਟਿਵ ਚੀਜ਼ਾਂ ਹੋ ਗਈਆਂ। ਅੱਜ ਦੀ ਡੇਟ 'ਚ ਜੇ ਅਸੀਂ ਇਹ ਕਹੀਏ ਵੀ ਅਸੀਂ ਸੁਪਰੀਮ ਕੋਰਟ ਤੋਂ ਇਨਸਾਫ ਲੈ ਲਾਂਗੇ ਜਾਂ CBI ਸਾਨੂੰ ਇਨਸਾਫ ਦੇ ਦੂਗੀ ਜਾਂ ਹੋਰ ਕੋਈ ਜਿਹੜਾ ਇੰਡੀਅਨ ਸਟੇਟ ਦਾ ਆਰਗੇਨਾਈਜੇਸ਼ਨ ਆ ਸਾਨੂੰ ਇਨਸਾਫ ਦੇ ਦੂਗੀ, ਉਹ ਵੀ ਇਨਫੈਕਟਿਵ ਗੱਲਾਂ ਹੋ ਗਈਆਂ, ਉਹ ਰੈਲੇਵੈਂਟ ਹੀ ਨਹੀਂ ਰਹੀਆਂ। ਇਸ ਕਰਕੇ ਰਾਹ ਇਹ ਆ, ਸਾਨੂੰ ਨਵੀਆਂ ਵਿਉਂਤਾਂ ਘੜਨੀਆਂ ਪੈਣੀਆਂ, ਨਵੀਂ ਰਣਨੀਤੀ ਬਣਾਉਣੀ ਪੈਣੀ ਆ। ਇਸ ਲਈ ਸਿਰ ਜੋੜ ਕੇ ਬੈਠਣਾ ਪੈਣਾ, ਪੰਥ ਨੂੰ ਵੀ, ਸਾਡੇ ਜਥੇਦਾਰ ਸਾਹਿਬਾਨਾਂ ਨੂੰ ਵੀ, ਤੇ ਮੇਰੇ ਖਿਆਲ 'ਚ ਪੰਥ ਦੇ ਬਾਹਰ ਜਿਹੜੇ ਵਸਦੇ ਲੋਕ ਆ ਉਹਨਾਂ ਨੂੰ ਵੀ। ਜੇ ਸੰਵਾਦ 'ਚ ਪਵਾਂਗੇ ਤਾਂ ਕੋਈ ਗੱਲ ਨਿਕਲੂਗੀ, ਜੇ ਵਿਵਾਦ 'ਚ ਪੈ ਗਏ ਕੋਈ ਗੱਲ ਨਹੀਂ ਨਿਕਲਣੀ।